हाँ जी, ਵੈਲਕਮ ਡੇ ਸਟੂਡੈਂਟ। ਆਪਾਂ ਕਲਾਸ 10th ਦੀ ਨੈਸ ਬੇਸਡ ਜਿਹੜੀ ਬੁੱਕ ਤੁਹਾਨੂੰ ਮਿਲੀ ਹੈ ਉਹਦੇ ਵਿੱਚ 6 ਟੈਸਟ ਸੀਰੀਜ਼ ਨੇ। ਇੱਕ ਟੈਸਟ ਸੀਰੀਜ਼ ਵਿੱਚ ਬੇਟਾ 35 ਕੁਐਸਚਨ ਨੇ ਤਾਂ ਟੋਟਲ ਆਪਾਂ 210 ਕੁਐਸਚਨ ਪੜ੍ਹਨੇ ਨੇ। ਸੋ 210 ਕੁਐਸਚਨ ਜਿਹੜੇ ਨੇ ਇਹ ਕਾਫੀ ਤੁਹਾਡੀ ਜਿਹੜੀ ਹੈ ਪ੍ਰੈਕਟਿਸ ਹੋ ਜਾਏਗੀ ਔਰ ਤੁਹਾਡੇ ਜਿਹੜੇ ਫਸਟ ਟਰਮ ਦੇ ਬੋਰਡ ਦੇ ਪੇਪਰ ਹੋਣ ਜਾ ਰਹੇ ਨੇ ਉਹਦੇ 'ਚ ਵੀ ਤੁਹਾਡੇ MCQ ਕੁਐਸਚਨ ਆਣੇ ਨੇ ਤੇ ਕਾਫੀ ਤੁਹਾਨੂੰ ਉਹਦਾ ਜਿਹੜਾ ਹੈ ਬੈਨੀਫਿਟ ਮਿਲ ਸਕਦਾ ਹੈ। ਸੋ ਫਸਟ ਕੁਐਸਚਨ ਆਪਾਂ ਪੜ੍ਹਦੇ ਹਾਂ। x ਦਾ a solution of x is used for white washing the name of x is। ਜਿਹੜਾ ਆਪਾਂ ਇੱਕ ਸੋਲੂਸ਼ਨ ਹੈ ਪੇਂਟ ਕਰਨ ਵਾਸਤੇ ਜਾਂ ਸਫੇਦੀਕਰਨ ਵਾਸਤੇ ਵਰਤਦੇ ਹਾਂ ਉਸਦਾ ਕੀ ਨਾਮ ਹੈ ਜੀ? ਉਹਦਾ ਨਾਮ ਹੈ ਜੀ ਬੇਟਾ ਜੀ ਕੈਲਸ਼ੀਅਮ ਆਕਸਾਈਡ। ਨੈਕਸਟ ਹੈ ਜੀ ਸੇਬ ਦਾ ਇੱਕ ਟੁਕੜਾ ਜਿਹਦਾ ਭੂਰਾ ਰੰਗ ਹੋ ਜਾਂਦਾ ਜਦੋਂ ਅਸੀਂ ਇਹਨੂੰ ਕੱਟਦੇ ਹਾਂ। ਸਲਾਈਸ ਆਫ ਐਪਲ ਐਕਵਾਇਰ ਬ੍ਰਾਊਨ ਕਲਰ ਡਿਊ ਟੂ। ਜਿਹੜਾ ਬ੍ਰਾਊਨ ਕਲਰ ਹੋ ਜਾਂਦਾ ਹੈ ਸੇਬ ਦਾ ਕੱਟਿਆ ਹੋਇਆ ਉਹ ਕਿਹਦੇ ਕਰਕੇ ਹੋ ਜਾਂਦਾ ਹੈ? ਫਿਜ਼ੀਕਲ ਚੇਂਜ, ਕੈਮੀਕਲ ਚੇਂਜ, ਨੈਚੁਰਲ ਚੇਂਜ, ਰਿਵਰਸੀਬਲ ਚੇਂਜ। ਬੇਟਾ ਜੋ ਹੋ ਜਾਂਦਾ ਹੈ ਕੈਮੀਕਲ ਚੇਂਜ ਹੁੰਦੀ ਹੈ ਉਹਦੇ ਕਰਕੇ ਇਹਦਾ ਕਲਰ ਜਿਹੜਾ ਹੈ ਚੇਂਜ ਹੋ ਜਾਂਦਾ ਹੈ। Next, a teacher is performing and explaining the electrical decomposition reaction of water. Bubbles are formed on cathode and anode. In this reaction, which gas is formed on the cathode? ਜਦੋਂ ਆਪਾਂ ਬਿਜਲੀ ਦੀ ਪਾਣੀ ਦੇ ਵਿੱਚ ਬਿਜਲਈ ਅਪਘਟਨ ਕਰਦੇ ਹਾਂ ਜਾਂ ਬਿਜਲੀ ਪਾਸ ਕਰਦੇ ਹਾਂ ਤਾਂ ਉੱਥੇ ਕੈਥੋਡ ਤੇ ਐਨੋਡ ਤੇ ਦੋ ਗੈਸਿਸ ਨਿਕਲਦੀਆਂ ਨੇ। ਤਾਂ ਜਿਹੜੀ ਕੈਥੋਡ ਤੇ ਗੈਸ ਨਿਕਲਦੀ ਹੈ ਉਸਦਾ ਕੀ ਨਾਮ ਹੈ? ਉਸਦਾ ਬੱਚਿਓ ਨਾਮ ਹੈ ਜੀ ਹਾਈਡਰੋਜਨ। ਨੈਕਸਟ ਹੈ ਸਿਰਕੇ ਤੇ ਦਹੀਂ ਦੇ ਵਿਚਕਾਰ ਕਿਹੜਾ ਗੁਣ ਸਮਾਨ ਹੈ? ਬਿਟਵੀਨ ਵਿਨੇਗਰ ਐਂਡ ਕਰਡ ਵਿਚ ਪ੍ਰੋਪਰਟੀ ਇਜ਼ ਕਾਮਨ। ਤਾਂ ਬੇਟਾ ਜੀ ਇਹਦੇ ਚਾਰ ਹੈਗੇ ਨੇ ਆਪਸ਼ਨ, ਐਸਿਡਿਕ, ਐਲਕਲਾਈਨ, ਨਿਊਟਰਲ ਔਰ ਸਾਲਟ। ਤਾਂ ਵਿਨੇਗਰ ਔਰ ਕਰਡ ਜਿਹੜੇ ਨੇ ਦੋਨੋਂ ਖੱਟੇ ਨੇ। ਸੋ ਇਹਦਾ ਦਾ ਜਿਹੜਾ ਹੈ ਪ੍ਰੋਪਰਟੀ ਹੈ ਉਹ ਹੈ ਜੀ ਐਸਿਡਿਕ। ਫਿਫਥ ਕੁਐਸਚਨ ਕਿਹੜਾ ਸੂਚਕ ਖਾਰੀ ਘੋਲ ਵਿੱਚ ਗੁਲਾਬੀ ਰੰਗ ਦਿੰਦਾ ਹੈ? ਯਾਨੀ ਕਿ ਕਿਹੜਾ ਇੰਡੀਕੇਟਰ ਹੈ ਜਿਹੜਾ ਅਸੀਂ ਐਲਕੇਲਾਈਨ ਸੋਲਿਊਸ਼ਨ ਦੇ ਵਿੱਚ ਉਹ ਪਿੰਕ ਕਲਰ ਦੇ ਦਿੰਦਾ ਹੈ? ਇਹ ਸਾਡੇ ਕੋਲੋਂ ਕੁਝ ਇੰਡੀਕੇਟਰਸ ਦੇ ਨਾਮ ਨੇ, ਮਿਥਾਈਲ ਔਰੇਂਜ, ਟਰਮਰਿਕ ਪੇਪਰ, ਲਿਟਮਸ ਪੇਪਰ ਔਰ ਫਿਨੋਲ ਫਿਥਲੀਨ। ਸੋ ਜਿਹੜਾ ਪਿੰਕ ਕਲਰ ਆ ਜਾਂਦਾ ਬੇਟਾ ਉਹ ਫਿਨੋਲ ਫਿਥਲੀਨ ਦੇ ਨਾਲ ਆਂਦਾ ਹੈ। ਨੈਕਸਟ ਕੁਐਸਚਨ ਹੈ ਕਿਹੜਾ ਜਿਹੜਾ ਮੈਡੀਸਨ ਹੈ ਆਪਾਂ ਯੂਜ਼ ਕਰਦੇ ਹਾਂ ਐਸਿਡਿਟੀ ਅਗਰ ਸਾਨੂੰ ਫੂਡ ਖਾਣ ਤੋਂ ਬਾਅਦ ਹੋ ਜਾਂਦੀ ਹੈ ਉਹ ਹੈ ਜੀ ਐਂਟੀ ਐਸਿਡ। ਉਸਦਾ ਕੀ ਨਾਮ ਹੈ ਜੀ? ਐਂਟੀ ਐਸਿਡ। ਅਸੀਂ ਖਾਂਦੇ ਹਾਂ ਤਾਂ ਉਹਦੇ ਨਾਲ ਸਾਡੀ ਜਿਹੜੀ ਐਸਿਡਿਟੀ ਹੈ ਉਹ ਕਵਰ ਹੋ ਜਾਂਦੀ ਹੈ। ਤਾਤਾ ਆਮ ਤੌਰ ਤੇ ਯਾਨੀ ਕਿ ਜਿਹੜੀਆਂ ਮੈਟਲਸ ਨੇ ਉਹ ਯੂਜ਼ਲੀ ਜਿਹੜੀਆਂ ਹੁੰਦੀਆਂ ਨੇ ਸੋਲਿਡਸ ਹੁੰਦੀਆਂ ਨੇ। ਇੱਕੋ ਹੀ ਉਹਦੇ ਵਿੱਚ ਹੈ ਜੀ ਮਰਕਰੀ ਜਿਹੜੀ ਹੈ ਉਹ ਲਿਕੁਇਡ ਹੈ। ਆਮ ਤੌਰ ਤੇ ਜਿਹੜੀਆਂ ਮੈਟਲਸ ਹੈ ਉਹ ਸੋਲਿਡ ਹੁੰਦੀਆਂ ਨੇ। ਮੈਟਲਸ ਜਿਹੜੀਆਂ ਨੇ ਇਲੈਕਟ੍ਰੋਪੋਜ਼ਿਟਿਵ ਇਲੈਕਟ੍ਰੋਨੈਗੇਟਿਵ ਹੈ ਬੋਥ ਹੈ। ਤਾਂ ਮੈਟਲ ਜਿਹੜੀਆਂ ਬੇਟੇ ਇਲੈਕਟ੍ਰੋਪੋਜ਼ਿਟਿਵਸ ਹੁੰਦੀਆਂ ਨੇ ਕਿਉਂਕਿ ਉਹ ਕੀ ਕਰਦੀਆਂ ਨੇ ਜਿਸ ਤਰ੍ਹਾਂ ਕਿ ਆਪਾਂ ਐਗਜ਼ਾਮਪਲ ਲਈਏ ਸੋਡੀਅਮ ਜਿਹੜੀ ਮੈਟਲ ਹੈ ਉਹਦਾ ਐਟੋਮਿਕ ਨੰਬਰ ਹੈ 281। ਸੋ 1 ਜਿਹੜਾ ਇਲੈਕਟ੍ਰੋਨ ਹੈ ਉਹ ਅਗਲੇ ਨੂੰ ਦੇ ਦਿੰਦਾ, ਉਹ ਸ਼ੇਅਰ ਕਰ ਦਿੰਦਾ ਤਾਂ ਉਹਦੇ ਤੇ ਕਿਹੜਾ ਚਾਰਜ ਆ ਜਾਂਦਾ? ਪੋਜ਼ਿਟਿਵ। ਸੋ ਮੈਟਲ ਜਿਹੜੀਆਂ ਨੇ ਇਲੈਕਟ੍ਰੋਪੋਜ਼ਿਟਿਵ ਨੇ। ਇਹਨਾਂ ਵਿੱਚੋਂ ਦੱਸਣਾ ਹੈ ਆਪਾਂ ਕਿ ਕਿਹੜੀ ਸਭ ਤੋਂ ਜ਼ਿਆਦਾ ਮੈਟਲ ਸੌਫਟ ਹੈ? ਐਲੂਮੀਨੀਅਮ, Al ਮਤਲਬ ਐਲੂਮੀਨੀਅਮ, Au ਗੋਲਡ, Cu ਕੋਪਰ, Ag ਸਿਲਵਰ। ਸੋ ਬੇਟਾ ਇਹਨਾਂ ਵਿੱਚੋਂ ਸਭ ਤੋਂ ਸੌਫਟੈਸਟ ਮੈਟਲ ਜਿਹੜੀ ਹੈ ਉਹ ਜੀ ਹੈ ਗੋਲਡ। ਕਿਉਂ? ਕਿਉਂਕਿ ਆਪਾਂ 1 ਗ੍ਰਾਮ ਅਗਰ ਅਸੀਂ ਗੋਲਡ ਦੀ ਵਾਇਰ ਲਈਏ ਤਾਂ ਅਸੀਂ ਉਹਨੂੰ ਕਿੰਨਾ ਲੰਬਾ ਖਿੱਚ ਸਕਦੇ ਹਾਂ। ਸੋ ਜਿਹੜੀ ਮੈਟਲ ਜਿਹੜੀ ਗੋਲਡ ਦੀ ਹੈ ਉਹ ਸਭ ਤੋਂ ਜ਼ਿਆਦਾ ਸੌਫਟੈਸਟ ਮੈਟਲ ਹੈ। ਨੈਕਸਟ ਹੈ ਜੀ C3 ਵਿੱਚ ਇਹ ਜਿਹੜਾ ਮੋਲੀਕੂਲਰ ਫਾਰਮੂਲਾ ਹੈ ਤਾਂ ਇਹਦੇ ਵਿੱਚ ਤੁਸੀਂ ਦੱਸਣਾ ਹੈ ਕਿ ਇਹਦੇ ਵਿੱਚ ਕਿੰਨੇ ਕੋਵਲੈਂਟ ਬੌਂਡ ਬਣਦੇ ਹਨ। ਤਾਂ ਤੁਸੀਂ ਲਿਖ ਕੇ ਵੀ ਦੇ ਸਕਦੇ ਹੋ ਜਿਸ ਤਰ੍ਹਾਂ ਕਿ ਤੁਸੀਂ ਇਹ ਦੇਖਦੇ ਹੋ ਆਪਾਂ C3 ਪਾਇਆ ਔਰ H ਅਗਰ ਅਸੀਂ ਇੱਥੇ ਲਵਾਂਗੇ ਤਾਂ ਅਗਰ ਇੱਥੇ ਵੀ ਇੱਕ ਬੌਂਡ ਲਗਾ ਦਈਏ ਫਿਰ ਇੱਥੇ ਵੀ ਲਗਾ ਦਈਏ ਫਿਰ ਇੱਥੇ ਵੀ ਲਗਾ ਦਈਏ
ਸੋ ਇਸ ਤਰ੍ਹਾਂ ਕਰਦੇ ਸਾਡੇ ਕੋਲ ਕਿੰਨੀਆਂ ਕੋਵਲੈਂਟ ਬੌਂਡ ਜਿਹੜੀਆਂ ਬਣ ਜਾਂਦੀਆਂ ਬੇਟਾ ਜੀ, H ਦੇ 8 ਆ ਜਾਂਦੇ ਨੇ ਤੇ ਕੋਵਲੈਂਟ ਜਿਹੜੀਆਂ ਬੌਂਡਸ ਹੈ ਉਹ ਸਾਡੇ ਕੋਲੋਂ ਬੌਂਡਸ ਬਣ ਜਾਂਦੇ ਨੇ 1 2 3 4 5 6 7 8 9 10। ਸੋ ਇਹਦਾ ਆਂਸਰ ਆ ਜਾਂਦਾ ਜੀ 10 ਕੋਵਲੈਂਟ ਬੌਂਡਸ। ਨੈਕਸਟ ਹੈ a hydrocarbon react with ammonical cuprous chloride solution to form a red precipitate। Dark hydrocarbon is ਤਾਂ ਇਹਦਾ ਆਂਸਰ ਹੈ ਬੱਚੇ ਇਥਾਈਨ। Which of the following substances added to denature ethanol? ਕਿਹੜਾ ਪਦਾਰਥ ਹੈ ਜਿਹੜਾ ਇਥੇਨਲ ਨੂੰ ਡੀਨੇਚਰ ਕਰ ਦਿੰਦਾ ਹੈ? ਉਹਦਾ ਆਂਸਰ ਹੈ ਜੀ ਮੀਥੇਨੋਲ। ਨੈਕਸਟ ਹੈ ਜੀ ਕਲੋਰੀਨ 1735 ਕਲੋਰੀਨ 1737। ਤਾਂ ਅਸੀਂ ਪੜ੍ਹ ਕੇ ਆਏ ਹਾਂ ਕਿ ਇਹ ਹੁਣ ਤੁਸੀਂ ਦੱਸਣਾ ਹੈ ਕਿ ਇਹ ਕਿਸ ਦੀ ਉਦਾਹਰਨ ਹੈ, ਕਿਹਦੀ ਐਗਜ਼ਾਮਪਲ ਹੈ, ਆਈਸੋਟੋਪਸ ਦੀ ਕਿ ਆਈਸੋਬਾਰਸ ਦੀ। ਤਾਂ ਇਹ ਪੜ੍ਹ ਕੇ ਆਏ ਆ ਇਹ ਕੀ ਨੇ, ਆਈਸੋਟੋਪ, ਜਿਨ੍ਹਾਂ ਦਾ ਨੀਚੇ ਵਾਲਾ ਸੇਮ ਹੋ ਜੇ ਤੇ ਉੱਪਰ ਡਿਫਰੈਂਟ ਹੋ ਜਾਣ ਤਾਂ ਉਹਨਾਂ ਨੂੰ ਆਪਾਂ ਕੀ ਬੋਲਦੇ ਆ, ਆਈਸੋਟੋਪਸ। Which of the following is the outermost shell for the elements of third period? Third period ਦੇ ਵਿੱਚ ਕਿਹੜਾ outermost shell ਆ ਜਾਂਦਾ ਹੈ? ਆਪਾਂ ਪੜ੍ਹਿਆ ਕਿ ਫਸਟ ਸ਼ੈਲ ਨੂੰ ਆਪਾਂ ਕੀ ਕਹਿੰਦੇ ਆ, K ਸ਼ੈਲ, ਫਿਰ ਇਸ ਨੂੰ ਕੀ ਕਹਿੰਦੇ ਹਾਂ, L ਸ਼ੈਲ, ਫਿਰ ਇਸ ਨੂੰ ਕੀ ਕਹਿੰਦੇ ਹਾਂ, M ਸ਼ੈਲ। ਸੋ ਆਂਸਰ ਜਿਹੜਾ ਆ ਜਾਏਗਾ ਬੇਟਾ ਜੀ M ਸ਼ੈਲ ਆ ਜਾਏਗਾ। ਨੈਕਸਟ ਹੈ PQRST ਦੇ ਜਿਹੜੇ ਸਾਨੂੰ ਟੋਮਿਕ ਨੰਬਰਸ ਦਿੱਤੇ ਨੇ 7 9 12 16 17। ਵਿਚ ਪੇਅਰ ਆਫ ਦਾ ਫੋਲੋਇੰਗ ਐਲੀਮੈਂਟਸ ਟੂ ਦ ਸੇਮ ਗਰੁੱਪ। ਤਾਂ ਆਪਾਂ ਪਹਿਲੇ ਇਹਦਾ ਕਰਕੇ ਦੇਖ ਲੈਨੇ ਆ ਕਿ ਜਿਹੜਾ P ਹੈ ਉਹ ਕਿੰਨਾ ਆਏਗਾ। P ਤੇ ਤੁਸੀਂ ਦੇਖਦੇ ਹੋ ਜੀ ਇਹਦਾ ਟੋਮਿਕ ਨੰਬਰ ਜਿਹੜਾ ਹੈ ਸਾਨੂੰ ਗਿਵਨ ਹੈ 7। ਸੋ ਇਹਦੀ ਜਿਹੜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਜਿਹੜੀ ਆ ਜਾਏਗੀ ਉਹ ਕੀ ਆ ਗਈ, 7 ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਆ ਗਈ 2 5, Q ਦੀ ਆ ਗਈ ਸਾਡੇ ਕੋਲ 2 7, R ਦੀ ਆ ਗਈ 2 8 2, S ਦੀ ਆ ਗਈ 2 8 6, 17 ਹੈ ਤਾਂ 2 8 7। ਸੋ 7 7 ਕਿਸ ਦਾ ਆਇਆ, ਕਿਹੜੇ ਗਰੁੱਪ 'ਚ ਲਾਈ ਕਰਦਾ ਹੈ, Q ਔਰ T ਜਿਹੜੇ ਹੈ ਉਹ ਸਾਡੇ ਲਾਈ ਕਰਦੇ ਨੇ ਬੇਟਾ ਸੇਮ ਗਰੁੱਪ ਦੇ ਵਿੱਚ। ਸੋ ਇੱਥੇ ਜਿਹੜਾ ਆਂਸਰ ਆ ਜਾਏਗਾ ਤੁਹਾਡਾ, ਇੱਥੇ ਆ ਜਾਏਗਾ Q ਔਰ T। ਨੈਕਸਟ ਹੈ ਜੀ Ravi wants to know that the energy need of autotrope is fulfilled through photosynthesis. Which of the following occurs during photosynthesis? ਕਿ ਜਦੋਂ ਪ੍ਰਕਾਸ਼ ਸੰਸਲੇਸ਼ਣ ਦੇ ਨਾਲ ਸਾਨੂੰ ਕਿਹੜੀ ਊਰਜਾ ਦੀ ਪੂਰਤੀ ਕਰਦੇ ਨੇ। ਸੋ ਕਲੋਰੋਫਿਲ, ਐਬਜ਼ੌਰਪਸ਼ਨ ਆਫ ਲਾਈਟ એનર્ਜੀ ਬਾਈ ਕਲੋਰੋਫਿਲ, ਠੀਕ ਹੈ ਜੀ। ਕਨਵਰਜਨ ਆਫ ਲਾਈਟ એનર્ਜੀ ਇਨਟੂ ਕੈਮੀਕਲ એનર્ਜੀ, ਕਿਉਂਕਿ ਲਾਈਟ એનર્ਜੀ ਤੋਂ ਆਪਾਂ ਕੈਮੀਕਲ એનર્ਜੀ 'ਚ ਕਨਵਰਟ ਕਰਦੇ ਹਾਂ। ਕਨਵਰਜਨ ਆਫ ਕਾਰਬਨ ਡਾਈਆਕਸਾਈਡ ਇਨਟੂ ਕਾਰਬੋਹਾਈਡਰੇਟ, ਆਲ ਅਬਵ। ਤਾਂ ਇਹਦਾ ਆਂਸਰ ਹੈ ਜੀ ਆਲ ਅਬਵ। ਨੈਕਸਟ ਹੈ ਇਹਨਾਂ ਜਿਹੜੀ ਲਾਈਨਿੰਗ ਹੁੰਦੀ ਸਟਮਕ ਦੀ, ਉਹਨੂੰ ਕੌਣ ਪ੍ਰੋਟੈਕਟ ਕਰਦਾ ਹੈ ਫਰੋਮ ਦ ਐਕਸ਼ਨ ਆਫ ਐਸਿਡ ਇਨ ਹਿਊਮਨ ਬੀਇੰਗਸ। ਜਿਹੜੇ ਕਿਰਿਆਵਾਂ ਤੋਂ ਕੌਣ ਬਚਾਉਂਦਾ, ਜਿਹੜੇ ਐਸਿਡ ਸਾਡੇ ਸਟਮਕ ਦੇ ਵਿੱਚ ਪ੍ਰੋਡਿਊਸ ਹੁੰਦੇ ਨੇ ਤਾਂ ਉਹ ਸਾਨੂੰ ਬਚਾਉਂਦਾ ਜੀ ਮਿਊਕਸ। ਨੈਕਸਟ ਹੈ ਜੀ ਗੀਤਾ knows that in human beings there is a pigment known as hemoglobin which has a very high affinity for oxygen। ਇਸ ਪਿਗਮੈਂਟ ਨੂੰ ਕਿੱਥੇ ਮਿਲਦਾ ਹੈ ਸਾਨੂੰ, ਜਿਹੜਾ ਮਨੁੱਖ ਦੇ ਲਹੂ ਦੇ ਵਿੱਚ ਹੁੰਦਾ ਹੈ, ਹੀਮੋਗਲੋਬਿਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਤਾਂ ਉਹ ਹੁੰਦਾ ਜੀ ਰੈਡ ਬਲੱਡ ਕਾਰਪਸਸ, ਲਾਲ ਰਕਤਾਣੂ, ਜਾਂ ਅਸੀਂ ਇਹਨੂੰ ਕਹਿੰਦੇ ਹਾਂ ਲਾਲ ਲਹੂ ਕਣ। ਆਇਓਡੀਨ ਇਜ਼ ਨੈਸੈਸਰੀ ਫॉर द ਸਿੰਥੇਸਿਸ ਆਫ ਵਿਚ ਹਾਰਮੋਨ। ਤਾਂ ਜਿਹੜਾ ਆਇਓਡੀਨ ਜਿਹੜਾ ਹੈ ਕਿਸ ਹਾਰਮੋਨ ਦੇ ਲਈ ਜ਼ਰੂਰੀ ਹੈ, ਉਹ ਹੈ ਜੀ ਥਾਇਰੋਕਸਿਨ। ਨੈਕਸਟ ਹੈ ਇਹਨਾਂ ਦੇ ਵਿੱਚੋਂ ਕਿਹੜਾ ਮਿਸਮੈਚ ਪੇਅਰ ਹੈ। ਇਹ ਸਾਡੇ ਕੋਲੋਂ ਹੈ ਜੀ ਟੈਸਟੋਸਟੇਰੋਨ, ਟੈਸਟਿਸ, ਐਸਟ੍ਰੋਜਨ, ਓਵਰੀ, ਥਾਇਰੋਕਸਿਨ, ਥਾਇਰਾਇਡ ਗ੍ਰੰਥੀ, ਅਡੇਨਲ, ਪਿਚੂਟਰੀ ਗ੍ਰੰਥੀ। ਸੋ ਇਹਨਾਂ ਵਿੱਚ ਜਿਹੜਾ ਮਿਸਮੈਚ ਹੈ ਨਾ, ਇਹ ਸਾਡੇ ਹਾਰਮੋਨਸ ਨੇ, ਇਹ ਵਾਲੇ ਜਿਹੜੇ ਹੈ ਸਾਡੇ ਹਾਰਮੋਨਸ ਨੇ, ਇਹ ਸਾਡੀਆਂ ਗਲੈਂਡਸ ਹੈ। ਸੋ ਜਿਹੜੇ ਅਡਰਨਲ ਹੈ, ਪਿਚੂਟਰੀ ਗਲੈਂਡ, ਇਹ ਜਿਹੜੀ ਹੈ ਮਿਸਮੈਚ ਹੈ। ਨੈਕਸਟ ਹੈ ਜਿਹੜੀ ਗਰੋਥ ਹੁੰਦੀ ਹੈ ਪੋਲਨ ਟਿਊਬਸ ਟੂਵਰਡ ਓਵਿਊਲਸ ਇਜ਼ ਡਿਊ ਟੂ। ਤਾਂ ਉਹ ਕਿਹਦੇ ਕਰਕੇ ਹੁੰਦੀ ਹੈ, ਉਹ ਹੁੰਦੀ ਹੈ ਜੀ ਹੀਮੋਟ੍ਰੋਫਿਜ਼ਮ ਦੇ ਕਾਰਨ। ਅੰਡਜ ਵੱਲ ਨੂੰ ਪ੍ਰਾਣ ਨਲੀ ਦਾ ਵਾਧਾ
ਇਸ ਇਨਵਰਤਨ ਦੀ ਉਦਾਹਰਨ ਹੈ ਉਹ ਹੈ ਜੀ ਕੀਮੋਟ੍ਰੋਫਿਜ਼ਮ ਰਸਾਇਣਿਕ ਅਨੁਵਰਤਨ। ਜਿਸ ਬੀਜ ਵਿੱਚ ਭਵਿੱਖ ਦਾ ਪੌਦਾ ਪੈਦਾ ਹੁੰਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ? ਤਾਂ ਉਸਨੂੰ ਆਪਾਂ ਭਰੂਣ ਜਾਂ ਐਮਬ੍ਰੋਏ ਕਹਿੰਦੇ ਹਾਂ। ਨੈਕਸਟ ਹੈ an organism capable of reproducing by two sexual reproduction method, one similar to reproduction in yeast and other similar to reproduction in planaria is ਉਹ ਜੀਵ ਜੋ ਦੋ ਲਿੰਗੀ ਪ੍ਰਜਨਨ ਵਿਧੀਆਂ ਦੁਆਰਾ ਪ੍ਰਜਨਨ ਕਰਨ ਦੇ ਸਮਰੱਥ ਵਿੱਚ ਹੋਵੇ, ਇੱਕ ਖਮੀਰ ਵਿੱਚ ਪ੍ਰਜਨਨ ਦੇ ਸਮਾਨ ਤੇ ਦੂਜਾ ਪਲੈਨੇਰੀਆ ਦੇ, ਤਾਂ ਉਹ ਕਿਹੜਾ ਹੈ ਜੀ? ਹਾਈਡਰਾ। ਉਹਦਾ ਆਨਸਰ ਹੈ ਹਾਈਡਰਾ। The process of release of egg from the ovary is called, ਜਿਹੜੇ ਸਾਡੇ ਅੰਡਿਆਂ ਨੂੰ ਅੰਡਕੋਸ਼ ਤੋਂ ਛੱਡਣ ਦੀ ਪ੍ਰਕਿਰਿਆ ਨੂੰ ਆਪਾਂ ਕੀ ਕਹਿੰਦੇ ਹਾਂ? ਉਸ ਨੂੰ ਕਹਿੰਦੇ ਹਾਂ ਜੀ ਆਪਾਂ ovulation। Next है today Raman lost his matchbook. His sister told him that he can light a fire from sunlight using a lens. Which lens is this? ਰਮਨ ਦਾ ਜਿਹੜਾ ਮੈਚਬਾਕਸ ਯਾਨੀ ਕਿ ਮਾਚਿਸ ਦੀ ਡਿੱਬੀ ਖੋ ਗਈ ਤਾਂ ਉਹਦੀ ਸਿਸਟਰ ਨੇ ਉਹਨੂੰ ਦੱਸਿਆ ਕਿ ਅਸੀਂ ਸੂਰਜ ਦੀ ਰੋਸ਼ਨੀ ਤੋਂ ਵੀ ਅੱਗ ਪੈਦਾ ਕਰ ਸਕਦੇ ਹਾਂ ਲੈਂਸ ਦੇ ਦੁਆਰਾ। ਤਾਂ ਉਹ ਕਿਹੜਾ ਲੈਂਸ ਹੈ ਬੇਟਾ ਜੀ? ਉਹ ਕਨਵੈਕਸ ਲੈਂਸ ਹੈ, ਜਿਸ ਨੂੰ ਆਪਾਂ ਉੱਤਰ ਲੈਂਸ ਵੀ ਕਹਿੰਦੇ ਹਾਂ। ਆਪਾਂ ਲੈਂਸ ਨੂੰ ਅਗਰ ਕਿਸੇ ਕਾਗਜ਼ ਤੇ ਜਿੱਥੇ ਅਸੀਂ ਉਹਨੂੰ ਅੱਗ ਲਗਾਉਣੀ ਹੈ ਫੋਕਸ ਕਰਕੇ ਰੱਖ ਦਈਏ ਤਾਂ ਉੱਥੇ ਜਿਹੜੀ ਹੈ ਅੱਗ ਲੱਗ ਜਾਂਦੀ ਹੈ। Next is Simran put a pencil in a glass bowl filled with water. She was surprised to see that pencil appeared bent. Can you tell the reason for this? ਅਗਰ ਅਸੀਂ ਕੱਚ ਦੇ ਕੋਈ ਵੀ ਗਲਾਸ ਜਾਂ ਕਟੋਰੇ ਵਿੱਚ ਪੈਨਸਲ ਪਾ ਦਿੰਦੇ ਹਾਂ ਤਾਂ ਪੈਨਸਲ ਸਾਨੂੰ ਥੋੜੀ ਝੁਕੀ ਹੁੰਦੀ ਹੈ, ਤਾਂ ਇਹਦਾ ਕੀ ਕਾਰਨ ਹੁੰਦਾ ਹੈ? ਇਹਦਾ ਕਾਰਨ ਹੁੰਦਾ ਬੇਟਾ ਜੀ ਰੀਫ੍ਰੈਕਸ਼ਨ, ਅਪਵਰਤਨ। ਨੈਕਸਟ ਹੈ ਕੁਐਸਚਨ, ਇੱਕ ਵਿਅਕਤੀ 6M ਤੋਂ ਪਾਰ ਰੱਖੀਆਂ ਵਸਤੂਆਂ ਨੂੰ ਸਪਸ਼ਟ ਤੌਰ ਤੇ ਨਹੀਂ ਵੇਖ ਸਕਦਾ, ਉਹ ਕਿਹੜੇ ਦੋਸ਼ ਤੋਂ ਪੀੜਿਤ ਹੈ? ਉਹਨੂੰ ਨੇੜੇ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਤਾਂ ਦਿਖਾਈ ਦਿੰਦੀਆਂ ਨੇ ਪਰ ਉਹ ਦੂਰ ਦੀਆਂ ਜਿਹੜੀਆਂ ਚੀਜ਼ਾਂ ਹੈ ਉਹ ਨਹੀਂ ਦੇਖ ਸਕਦਾ, ਤਾਂ ਉਸਨੂੰ ਆਪਾਂ ਕੀ ਕਹਿੰਦੇ ਹਾਂ? ਤਾਂ ਬੇਟਾ ਜਿਹੜੇ ਆ ਕੀ ਕਹਿੰਦੇ ਆ, ਜਦੋਂ ਸਾਨੂੰ ਦੂਰ ਦੀਆਂ ਚੀਜ਼ਾਂ ਨਹੀਂ ਦੇਖਦੀਆਂ ਨਜ਼ਰ ਆਉਂਦੀਆਂ ਸਹੀ, ਤਾਂ ਉਹਨੂੰ ਯਾਦ ਰੱਖਣਾ ਹੈ ਉਹ ਕਿਹੜਾ ਦੋਸ਼ ਹੁੰਦਾ ਹੈ ਜਾਂ ਉਹ ਕਿਹੜਾ ਹੈਗਾ ਜੀ? ਉਹ ਹੈਗਾ ਨਿਕਟ ਦ੍ਰਿਸ਼ਟੀ ਦੋਸ਼, ਮਾਇਓਪੀਆ। ਦੂਰ ਵਾਲੇ ਨੂੰ ਉਲਟਾ ਯਾਦ ਰੱਖਣਾ ਤੁਸੀਂ, ਨਿਕਟ ਦ੍ਰਿਸ਼ਟੀ ਦੋਸ਼। ਅਗਰ ਕੋਈ ਪਰਸਨ ਦੂਰ ਦੀਆਂ ਆਬਜੈਕਟਾਂ ਕਲੀਅਰ ਦਿਖਾਈ ਦੇਖ ਲੈਂਦਾ ਲੇਕਿਨ ਉਹ ਬੁੱਕ ਤੇ ਲਿਖੀ ਹੋਈ ਚੀਜ਼ ਨੂੰ ਕੰਫਰਟੇਬਲੀ ਨਹੀਂ ਪੜ੍ਹ ਸਕਦਾ, ਤਾਂ ਆਪਾਂ ਉਹਨੂੰ ਕਿਹੜਾ ਵਿਜ਼ਨ ਕਹਿੰਦੇ ਆ? ਉਹਨੂੰ ਕਿਹੜਾ ਡਿਫੈਕਟ ਹੈ ਜੀ? ਉਹਨੂੰ ਹੈਗਾ ਜੀ ਦੂਰ ਦ੍ਰਿਸ਼ਟੀ ਦੋਸ਼। ਯਾਦ ਰੱਖਣਾ ਹੈ ਨੇੜੇ ਵਾਲੇ ਨੂੰ, ਜਿਹਨੂੰ ਨੇੜੇ ਦੀਆਂ ਚੀਜ਼ਾਂ ਨਹੀਂ ਦਿਖਾਈ ਦਿੰਦੀਆਂ ਉਹਨੂੰ ਆਪਾਂ ਕਹਿਣਾ ਦੂਰ ਦ੍ਰਿਸ਼ਟੀ, ਔਰ ਜਿਹੜਾ ਨੂੰ ਦੂਰ ਦੀਆਂ ਨਹੀਂ ਦਿਖਾਈ ਦਿੰਦਾ ਉਹਨੂੰ ਆਪਾਂ ਨਿਕਟ ਦ੍ਰਿਸ਼ਟੀ ਦੋਸ਼ ਕਹਿਣਾ ਹੈ। ਇਹਨਾਂ ਵਿੱਚੋਂ ਦੱਸੋ ਕਿ ਕਿਹੜਾ ਮਟੀਰੀਅਲ ਇਨਸੂਲੇਟਰ ਹੈ? ਇਨਸੂਲੇਟਰ ਜਿਹਦੇ ਵਿੱਚੋਂ ਕਰੰਟ ਪਾਸ ਨਹੀਂ ਹੋ ਸਕਦਾ। ਮਰਕਰੀ, ਜ਼ਿੰਕ, ਗੋਲਡ ਐਂਡ ਗਲਾਸ। ਤਾਂ ਇਹਦਾ ਆਨਸਰ ਹੈ ਜੀ ਗਲਾਸ। ਕਿਸੇ ਰੋਧਕ ਦਾ ਪ੍ਰਤੀਰੋਧ ਡੈਸ਼ ਹੁੰਦਾ ਹੈ। The resistance of insulator is, ਜਿਹੜੀ ਇਨਸੂਲੇਟਰ ਦੀ ਹੈ ਰੋਧਕ ਉਹ ਕੀ ਆਉਂਦੀ ਹੈ ਜੀ? ਇਨਫਿਨਿਟੀ। Which of the following instrument doesn't work on the heating effect of electric current? Electric current ਹੀਟਿੰਗ ਇਫੈਕਟ ਜਿਹੜਾ ਹੈ ਉਹ ਨਹੀਂ ਕੰਮ ਕਰਦਾ। ਦੇਖੋ ਟੋਸਟਰ ਹੈ, ਬੱਚੇ ਉਹਨੂੰ ਵੀ ਹੀਟ ਚਾਹੀਦੀ ਤਾਂ ਹੀ ਜਿਹੜੀ ਬ੍ਰੈਡ ਹੈ ਤੁਹਾਡੀ ਗਰਮ ਹੋਏਗੀ। ਪ੍ਰੈਸ ਲਈ ਵੀ ਹੀਟ ਚਾਹੀਦੀ, ਹੀਟਰ ਜਿਹੜਾ ਹੈ ਉਹਦੇ ਲਈ ਵੀ ਹੀਟ ਚਾਹੀਦੀ ਹੈ। ਸੋ ਇਹਦੇ ਵਿੱਚ ਜਿਹੜਾ ਫੈਨ ਹੈ ਉਹ ਜਿਹੜਾ ਹੈ ਹੀਟਿੰਗ ਇਫੈਕਟ ਤੇ ਕੰਮ ਨਹੀਂ ਕਰਦਾ। ਨੈਕਸਟ ਹੈ ਕਿ ਰਾਹੁਲ ਇਜ਼ ਰਾਈਟਿੰਗ ਦ ਪ੍ਰੋਪਰਟੀਜ਼ ਆਫ ਮੈਗਨੈਟਿਕ ਫੀਲਡ ਲਾਈਨ, ਚੂਜ਼ ਦਾ ਕਰੈਕਟ ਸਟੇਟਮੈਂਟ। ਇਹਨਾਂ ਵਿੱਚੋਂ ਆਪਾਂ ਕੋਈ ਕਰੈਕਟ ਸਟੇਟਮੈਂਟ ਲੱਭਣੀ ਹੈ। ਜਿਵੇਂ ਕਿ ਜਿਹੜੀਆਂ ਮੈਗਨੈਟਿਕ ਫੀਲਡ ਲਾਈਨ ਹੈ ਉਹ ਕਿੱਥੋਂ ਓਰੀਜੀਨੇਟ ਹੁੰਦੀਆਂ ਨੇ? ਨੌਰਥ ਪੋਲ ਤੇ ਖਤਮ ਕੀਤੀਆਂ ਹੁੰਦੀਆਂ ਨੇ ਸਾਊਥ ਪੋਲ। ਇਹਦਾ ਮਤਲਬ ਜੀ ਇਹ ਵੀ ਠੀਕ ਹੈ। ਨੈਕਸਟ ਹੈ ਕਿ ਮੈਗਨੈਟਿਕ ਫੀਲਡ ਜਿਹੜੀਆਂ ਲਾਈਨ ਹੈ come closer to another near the poles of magnet but they are widely separated at other place, ਯਾਨੀ ਕਿ ਉਹ ਜਿਹੜੇ ਪੋਲਸ ਦੇ ਉੱਤੇ ਹੁੰਦੀਆਂ ਨੇ ਉਹ ਜ਼ਿਆਦਾ ਨੇੜੇ ਹੁੰਦੀਆਂ ਨੇ। ਤੀਸਰਾ ਹੈ ਮੈਗਨੈਟਿਕ ਫੀਲਡ ਲਾਈਨ ਜਿਹੜੀਆਂ ਨੇ ਇੱਕ ਦੂਜੇ ਨੂੰ ਕਦੇ ਵੀ ਕੱਟ ਨਹੀਂ ਕਰਦੀਆਂ, ਤਾਂ all above
ਤੇ ਇਹਨਾਂ ਵਿੱਚੋਂ ਸਹੀ ਬਿਆਨ ਕਿਹੜਾ ਹੈ? ਇਹ ਸਾਰੇ ਨੇ। ਤੇ ਇਹਦਾ ਆਂਸਰ ਕੀ ਆ ਜਾਏਗਾ ਜੀ? ਔਨ above। ਨੈਕਸਟ ਹੈ ਜੀ the magnetic field line outside a bar magnet originate from the south pole its its north pole। ਉਸ ਤੋਂ ਬਾਅਦ ਹੈ originate from the north pole and its east pole। originate from the north pole and its south pole or originate from the south pole and its ਵੈਸਟ ਪੋਲ। ਇਹਨਾਂ ਵਿੱਚੋਂ ਜਿਹੜਾ ਆਂਸਰ ਹੈ ਜੀ ਉਹ ਨਾਰਥ ਪੋਲ ਤੋਂ ਨਿਕਲਦੀਆਂ ਨੇ ਤੇ ਕਿੱਥੇ ਖਤਮ ਹੁੰਦੀਆਂ ਨੇ ਜੀ? ਸਾਊਥ ਪੋਲ ਤੇ। ਨੈਕਸਟ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਅ ਪ੍ਰੋਡਿਊਸਰ। ਇਹਨਾਂ ਚੋਂ ਦੱਸੋ ਕਿ ਕਿਹੜਾ ਪ੍ਰੋਡਿਊਸਰ ਹੈ? ਘਾਹ, ਡੱਡੂ, ਸੱਪ, ਵਾਇਰਸ। ਸੋ ਜੋ ਚੀਜ਼ ਪ੍ਰੋਡਿਊਸ ਕਰਦਾ ਹੈ, ਜੋ ਘਾਹ ਹੈ ਜਾਂ ਗ੍ਰਾਸ ਹੈ, ਉਹ ਕੀ ਹੈ ਜੀ? ਪ੍ਰੋਡਿਊਸਰ। ਨੈਕਸਟ ਇਹਨਾਂ ਵਿੱਚੋਂ ਦੱਸਣਾ ਹੈ ਕਿ ਕਿਹੜਾ ਆਟੋਟ੍ਰੋਫ ਹੈ। ਆਟੋਟ੍ਰੋਫ ਕਿਹੜੇ ਹੁੰਦੇ ਨੇ? ਜਿਹੜਾ ਆਪਣਾ ਖਾਣਾ ਆਪ ਬਣਾਉਂਦੇ ਨੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਜੀ? ਗ੍ਰੀਨ ਪਲਾਂਟਸ। ਸੋ ਇਹ ਸੀ ਬੇਟਾ ਜੀ ਤੁਹਾਡੀ ਫਰਸਟ ਸੀਰੀਜ਼। ਨੈਕਸਟ ਜਿਹੜੀ ਸੀਰੀਜ਼ ਹੈ ਆਪਾਂ ਫਿਰ ਕਰਾਂਗੇ। ਸੋ ਇਹਨਾਂ ਨੂੰ ਅੱਛੀ ਤਰ੍ਹਾਂ ਤੁਸੀਂ ਪੜ੍ਹ ਲੈਣਾ ਹੈ। ਥੈਂਕ ਯੂ।